ਸਤਿ ਸ੍ਰੀ ਅਕਾਲ। ਮੈਂ ਤੁਹਾਡੇ ਨਾਲ ਸੁਖਵਿੰਦਰ। ਮੇਰੇ ਨਾਲ ਪੰਜਾਬ ਸਟੇਟ ਪਾਵਰ ਲਿਮਟਿਡ ਦੇ ਸਾਬਕਾ ਡਿਪਟੀ ਚੀਫ ਇੰਜੀਨੀਅਰ ਸਰਦਾਰ ਦਰਸ਼ਨ ਸਿੰਘ ਭੁੱਲਰ ਮੌਜੂਦ ਨੇ। ਇੱਕ ਵਾਰ ਪਹਿਲਾਂ ਵੀ ਅਸੀਂ ਪੰਜਾਬ ਦੇ ਬਿਜਲੀ ਸਮਝੌਤਿਆਂ ਨੂੰ ਚਰਚਾ ਕਰ ਚੁੱਕੇ ਹਾਂ। ਭੁੱਲਰ ਸਾਹਿਬ ਨੇ ਕਾਫੀ ਤਫਤੀਸ਼ ਸੀ, ਉਹ ਵੀਡੀਓ ਦਾ ਲਿੰਕ ਮੈਂ ਨਾਲ ਨੀਚੇ ਕਮੈਂਟਸ ਦੇ ਵਿੱਚ ਪੋਸਟ ਕਰ ਦਾਂਗਾ, ਪਿੰਟੂ ਟੋਕ ਕਰ ਅਸੀਂ ਉੱਥੋਂ ਵੀ। ਪਰ ਹੁਣ ਚਰਚਾ ਜਿਹੜੀ ਹੈ ਉਹ ਅੱਗੇ ਵੱਧ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਉਹ ਕਹਿ ਰਹੇ ਨੇ ਕਿ ਇਹਨਾਂ ਨੂੰ ਰੱਦ ਕਰ ਦੇਣਾ ਚਾਹੀਦਾ। ਉਹਦੇ ਤੇ ਅਸੀਂ ਕਾਰਵਾਈ ਕਰ ਰਹੇ ਹਾਂ। ਨੂੰ ਲਿਖਿਆ ਗਿਆ ਜਾਂ ਫਿਰ ਹੋਰ ਅਧਿਕਾਰੀਆਂ ਦੀ ਸਲਾਹ ਮਸ਼ਵਰਾ ਜਿਵੇਂ ਲਿਆ ਜਾ ਰਿਹਾ, ਕੀ ਇਹ ਰੱਦ ਹੋ ਸਕਦੇ ਨੇ, ਕੀ ਹੋ ਸਕਦੇ, ਇਹਦੇ ਵਿੱਚ ਕਾਨੂੰਨੀ ਕਿਸ ਤਰ੍ਹਾਂ ਦੇ ਨੇ, ਕਿੱਥੇ ਕੁੰਡੀਆਂ ਫਸੀਆਂ ਹੋਈਆਂ ਜਿਹਦੇ ਵਿੱਚ ਲੱਗਦਾ ਹੈ ਕਿ ਸਰਕਾਰ ਲੋਕ ਇਹ ਵੀ ਕਹਿੰਦੇ ਨੇ ਕਿ ਸਿਆਸੀ ਸ਼ੋਸ਼ਾ ਛੱਡਿਆ ਇਹ ਤਾਂ ਲੋਕਾਂ ਦੇ ਗਲ 'ਚ ਫਾਹ ਪੈ ਚੁੱਕੀ ਹੈ। 25 ਸਾਲਾਂ ਦਾ ਜਿਵੇਂ ਸਮਝੌਤਾ ਹੈ ਉਦਾਂ ਹੀ ਚੱਲਣਾ, ਉਦਾਂ ਹੀ ਜੇ ਪੈਣਾ। ਕਿਉਂਕਿ ਅਸੀਂ ਗੱਲਬਾਤ ਕਰਾਂਗੇ। ਸਵਾਗਤ ਭੁੱਲਰ ਸਾਹਿਬ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਭੁੱਲਰ ਸਾਹਿਬ ਕਿੱਦਾਂ ਦੇਖਦੇ ਹੋ ਹੁਣ ਪਾਸੇ ਵੱਲ ਨੂੰ ਤੁਰ ਪਈ ਹੈ, ਜਿਸ ਪਾਸੇ ਵੱਲ ਨੂੰ ਲੋਕ ਵੀ ਕਹਿੰਦੇ ਨੇ, ਵੀ ਕਹਿੰਦੀ ਹੈ ਕਿ ਕਰ ਦਿਓ ਰੱਦ ਪੀਪੀ। ਬਿਲਕੁਲ ਸੁਖਵਿੰਦਰ ਜੀ, ਮਤਲਬ ਇੱਕਦਮ ਤਾਂ ਇਹ ਲੱਗਦਾ ਕਿ ਬਹੁਤ ਵਧੀਆ ਸ਼ੁਰੂਆਤ ਹੋ ਰਹੀ ਹੈਗੀ। ਦੇਰ ਆਏ ਚਲੋ ਦਰੁਸਤ ਆਏ, ਕਿ ਸ਼ਾਇਦ ਪੰਜਾਬ ਦੇ ਲੋਕਾਂ ਦੇ ਜਿਹੜੇ ਬਿਜਲੀ ਬੋਝ ਹੈਗਾ ਉਹਨਾਂ ਤੋਂ ਕੁਛ ਉਹਨਾਂ ਨੂੰ ਸੁਖਾਲਾ ਕੀਤਾ ਜਾਵੇ। ਪਰ ਇਹ ਇੰਨਾ ਸੌਖਾ ਕੰਮ ਵੀ ਹੈ ਨਹੀਂ। ਦੇਖੋ, ਪਹਿਲਾਂ ਤਾਂ ਜੋ ਵੀ ਆਪਾਂ ਇਹ ਕਹੀਏ ਕਿ ਸਮਝੌਤੇ ਰੱਦ ਵਗੈਰਾ ਕਰਨੇ ਆ ਜਾਂ ਕੋਈ ਰੀਨੈਗੋਸ਼ੀਏਸ਼ਨ ਕਰਨੀ ਹੈ ਨਾ, ਉਹਦੇ ਵਾਸਤੇ ਪਹਿਲਾਂ ਤਾਂ ਜਿੱਥੋਂ ਤੱਕ ਮੈਨੂੰ ਪਤਾ ਹੈਗਾ ਜਾਂ ਆਪਾਂ ਕੋਈ ਵੀ ਆਦਮੀ ਕਹੂਗਾ ਕਿ ਪਹਿਲਾਂ ਤਾਂ ਇਹਦੇ ਵਿੱਚ ਕੋਈ ਕੀ ਕਮੀਆਂ ਨੇ, ਕਿੱਥੇ ਗਲਤੀਆਂ ਹੋਈਆਂ ਨੇ, ਕਿੰਨਾ ਤੇ ਅਸੀਂ ਗੱਲ ਕਰਨੀ ਹੈ ਜੀ। ਤੇ ਉਹ ਜਿਹੜੀਆਂ ਗੱਲਾਂ ਸੀ, ਇਸ਼ੂਜ਼ ਸੀ, ਉਹ ਤੈਅ ਹੋਣੇ ਚਾਹੀਦੇ ਸੀ। ਉਹ ਜਿਹੜਾ ਇੱਕ ਆਪਾਂ ਕਿੰਨੇ ਦਿਨ ਤੋਂ ਸੁਣ ਰਹੇ ਹਾਂ ਅਖਬਾਰਾਂ ਵਿੱਚ ਵੀ ਕਿ ਕੋਈ ਵਾਈਟ ਪੇਪਰ ਸਰਕਾਰ ਲੈ ਕੇ ਆਏਗੀ। ਜੇ ਕੋਈ ਵਾਈਟ ਪੇਪਰ ਬਿਲਕੁਲ ਕੋਈ ਹੈ ਜਾਂ ਬਣਾਉਣਾ ਸੀਗਾ ਸਰਕਾਰ ਨੇ, ਉਹਦੇ ਵਿੱਚ ਇਹ ਤੈਅ ਹੋਣਾ ਸੀ ਕਿ ਇਹ ਸਮਝੌਤੇ ਠੀਕ ਹੋਏ ਨੇ ਜਾਂ ਗਲਤ ਹੋਏ ਨੇਗੇ, ਤੇ ਜੇ ਗਲਤ ਹੋਏ ਨੇ ਤਾਂ ਕਿੱਥੇ ਗਲਤ ਹੋਏ ਆ। ਔਰ ਉਹਦੇ ਵਿੱਚ ਬਕਾਇਦਾ ਸਰਕਾਰ ਨੇ ਲੀਗਲ ਪੁਆਇੰਟ ਆਫ ਵਿਊ ਤੋਂ ਵੀ ਕਿਤੋਂ ਰਾਏ ਲੈਣੀ ਸੀਗੀ ਕਿ ਜੇ ਇਹਨਾਂ ਤੋਂ ਹੁਣ ਛੁਟਕਾਰਾ ਪਾਉਣਾ ਜਾਂ ਕੋਈ ਰਾਹਤ ਲੋਕਾਂ ਨੂੰ ਦਿਵਾਉਣੀ ਆ ਤਾਂ ਉਹਦੇ ਵਿੱਚ ਅਸੀਂ ਕੀ ਕਰ ਸਕਦੇ ਹੈਗੇ। ਸੋ ਉਹ ਉਸ ਪੱਖ ਤੋਂ ਤਾਂ ਇਹ ਕੰਮ ਹੋਇਆ ਨਹੀਂ ਹੈਗਾ। ਕੋਈ ਪੁਆਇੰਟ ਆਊਟ ਹੋਏ ਨਹੀਂ ਕਿ ਇਹ ਸਮਝੌਤੇ ਗਲਤ ਹੋਇਆ, ਕੀ ਹੋਇਆ। ਸੋ ਇੱਕ ਜਨਰਲ ਜੀ ਮੈਂ ਸਮਝਦਾ ਕਿ ਠੀਕ ਆ, ਚਿੱਠੀ ਮੁੱਖ ਮੰਤਰੀ ਸਾਹਿਬ ਵੱਲੋਂ PSPCL ਨੂੰ ਆ ਗਈ ਹੈਗੀ। ਕਹਿੰਦੇ ਹੈਗੇ ਅਖਬਾਰਾਂ 'ਚ ਕਿ ਸਮਝੌਤਿਆਂ ਨੂੰ ਰੱਦ ਕਰੋ ਜਾਂ ਰੀਨੈਗੋਸ਼ੀਏਟ ਕਰੋ, ਹੈ ਜੀ। ਤੇ ਉਹ ਫਿਰ ਦੇਖੋ ਹੁਣ ਇਹ ਕਿੱਥੋਂ ਵਰਕ ਸ਼ੁਰੂ ਕਰਦੇ ਨੇ, ਕਿ ਇਹਨਾਂ ਨੇ ਕੋਈ ਪਹਿਲਾਂ ਵਰਕ ਕੀਤਾ ਹੈਗਾ ਇਹਨਾਂ ਬਾਰੇ ਜਾਂ ਨਹੀਂ। ਇਹ ਮਤਲਬ ਕਿ ਇੰਨਾ ਸੌਖਾ ਕੰਮ ਨਹੀਂ। ਇੱਕ ਖੂਹ 'ਚ ਇੱਟ ਦੀ ਤਰ੍ਹਾਂ ਹੀ ਆ ਕਿ ਦੇਖੋ ਇਹ ਨਿਕਲਦੀ ਹੈ, ਡਿੱਗੀ ਤਾਂ ਹੋਈ ਹੈਗੀ, ਨਿਕਲਦੀ ਹੈ ਜਾਂ ਨਹੀਂ ਨਿਕਲਦੀ ਹੈ ਜੀ ਨਾ, ਉਹ ਡਿਪੈਂਡ ਕਰਦਾ। ਹਾਂ, ਇੱਕ ਗੱਲ ਜ਼ਰੂਰ ਆ ਕਿ ਜੇ ਆਪਾਂ ਕੋਈ ਵੀ ਚੀਜ਼ ਕਰਨਾ ਚਾਹੀਏ ਉਹਦਾ ਕੋਈ ਆਪਣੀ ਡਿਟਰਮੀਨੇਸ਼ਨ ਕੀਤਾ ਹੋਵੇ ਤਾਂ ਇਮਾਨਦਾਰੀ ਨਾਲ ਉਹ ਇਸ ਚੀਜ਼ਾਂ ਦਾ ਹੱਲ ਤਾਂ ਕੋਈ ਨਾ ਕੋਈ ਨਿਕਲ ਹੀ ਆਉਂਦਾ ਹੁੰਦਾ। ਬਿਲਕੁਲ। ਕਿਹੜੇ ਪਾਸਿਓਂ ਕਰਨੀ ਚਾਹੀਦੀ ਹੈ ਰੱਦ ਕਰਨ ਦੀ, ਕਿਉਂਕਿ ਸਰਕਾਰ ਨੇ ਤਾਂ ਚਿੱਠੀ ਕੱਢ ਦਿੱਤੀ ਕਿ ਹੁਣ ਕੈਪਟਨ ਸਰਕਾਰ ਜਿਹੜੀ ਉਹ ਵੱਧ ਗਈ ਇਸ ਪਾਸੇ ਵੱਲ। ਦੇਖੋ, ਮਤਲਬ ਜਿੱਥੋਂ ਤੱਕ ਸਮਝੌਤੇ ਨੇ ਜਿਹੜੇ 3 ਥਰਮਲ ਨੇ ਇਹਨਾਂ ਦੇ ਰਿਟਨ ਐਗਰੀਮੈਂਟ ਨੇ ਉਹ ਹੀ ਜ਼ਿਆਦਾ ਪੜ੍ਹੇ ਹੈਗੇ। ਬਾਕੀ ਜੋ ਹੋਰ ਸਮਝੌਤੇ ਹੋਇਆ ਸੋਲਰ ਪਲਾਂਟ ਬਾਇਓਮਾਸ ਦੇ, ਉਹਨਾਂ ਤੇ ਮੈਂ ਬਹੁਤੀ ਗੱਲ ਨਹੀਂ ਕੀਤੀ, ਬਹੁਤੀ ਸਟੱਡੀ ਨਹੀਂ ਹੈਗੀ ਮੇਰੀ। ਹਾਂ, ਇਹਦੇ ਵਿੱਚ ਜਿਹੜੇ 3 ਸਮਝੌਤੇ ਨੇ ਇਹੀ ਮਤਲਬ ਆਮ ਤੌਰ 'ਤੇ ਜ਼ਿਆਦਾ ਇਹਨਾਂ ਦੀ ਚਰਚਾ ਜੀ ਕਿ ਸਾਨੂੰ ਇਹਨਾਂ ਦੇ ਕੋਈ ਕਪੈਸਿਟੀ ਚਾਰਜ ਬਿਨਾਂ ਬਿਜਲੀ ਵਰਤੇ ਦੇਣੇ ਪੈ ਰਹੇ ਨੇ, ਇੱਦਾਂ ਦੀਆਂ ਜੋ ਵੀ ਹੈਗੀਆਂ ਅਖਬਾਰਾਂ 'ਚ ਖਬਰਾਂ ਆਉਂਦੀਆਂ ਨੇ ਜੀ। ਹੈ ਤੇ ਇਹਦੇ ਵਿੱਚ ਜਿਹੜੇ ਸਮਝੌਤੇ ਹੋਏ ਆ ਜੀ, ਇਹਦੇ ਵਿੱਚ ਜ਼ਰੂਰ ਮਤਲਬ ਇੱਕ ਟਰਮੀਨੇਸ਼ਨ ਦੀ ਕਲਾਜ਼ ਹੈ, ਆਰਟੀਕਲ 14 ਹੈਗਾ। ਪਰ ਇਹ ਸਾਰੇ ਸਮਝੌਤੇ ਜਦੋਂ ਅਸੀਂ ਦੇਖਦੇ ਹਾਂ ਉਹ ਸਾਰੇ ਇੱਕ ਪਾਸੜੀ ਹੋਏ ਨੇ। PSPCL ਦਾ ਉਹ ਤੇ ਕੋਈ ਅੱਪਰ ਹੈਂਡ ਨਹੀਂ ਹੈਗਾ। ਜਿਵੇਂ ਕਿ ਉਹ ਹੁਣ ਬਿਜਲੀ ਮਿਲ ਨਹੀਂ ਰਹੀ ਲੋਕਾਂ ਨੂੰ ਤੇ ਉਹਨਾਂ ਨੂੰ ਜੁਰਮਾਨਾ ਨਹੀਂ ਲਾ ਸਕਦੇ, ਹੈ ਜੀ, ਕਪੈਸਿਟੀ ਚਾਰਜ ਦੇਣੇ ਪੈ ਰਹੇ ਹੈਗੇ
ਤੇ ਕੋਲ ਵਾਸ਼ਿੰਗ ਦੇ ਚਾਰਜ ਦੇਣੇ ਪੈ ਰਹੇ ਆ। ਸੋ ਇਦਾਂ ਕਰਕੇ ਬੜੀਆਂ ਇਹਦੇ ਵਿੱਚ ਹੁਣ ਤਾਈਆਂ ਹੈਗੀਆਂ ਨੇਗੀਆਂ ਤੇ ਪਰ ਟਰਮੀਨੇਸ਼ਨ ਦਾ ਕਿਤੇ ਨਹੀਂ ਲਿਖਿਆ ਹੈਗਾ। ਇੱਕ ਜਗ੍ਹਾ ਜੋ 14 ਆਰਟੀਕਲ ਆ ਉਹਦੇ ਵਿੱਚ ਜ਼ਰੂਰ ਆ ਟਰਮੀਨੇਸ਼ਨ, ਉਹ ਵੀ ਜੇ PSPCL ਜਿਹੜੇ ਇਹਦੇ ਬਿੱਲ ਨੇ ਬਿਜਲੀ ਦੇ ਖਰੀਦੀ ਦੇ ਭਰਨ ਤੋਂ ਅਸਮਰੱਥ ਹੋ ਜਾਂਦਾ ਤਾਂ ਸੈਲਰ ਹੀ ਜਿਹੜਾ ਕੰਪਨੀ ਆ ਨਿੱਜੀ ਥਰਮਲ ਉਹੀ ਇਹਨੂੰ ਨੋਟਿਸ ਦੇਊਗਾ PSPCL ਨੂੰ ਕਿ ਤੁਸੀਂ ਜਿਹੜਾ ਬਕਾਇਆ ਰਕਮ ਭਰੋ ਜੀ। ਤੇ ਜੇਕਰ ਉਹ ਸਟੈਂਡ ਸਟਿਲ ਰਹਿੰਦੀ ਆ, ਬਕਾਇਆ ਰਕਮ PSPCL ਵੱਲੋਂ ਅਦਾ ਨਹੀਂ ਹੋ ਸਕਦੀ ਤਾਂ ਇਨ ਦੈਟ ਕੇਸ ਕੋਈ ਉਹ 90 ਦਿਨਾਂ ਬਾਅਦ 1 ਮਹੀਨੇ ਬਾਅਦ ਕੋਈ 25% ਜਿਹੜੀ એનર્ਜੀ ਆ ਉਹ ਕਿਸੇ ਥਰਡ ਪਾਰਟੀ ਨੂੰ ਦੇ ਸਕਦਾ। ਤੇ ਇਸੇ ਤਰ੍ਹਾਂ ਫਿਰ 3 ਮਹੀਨੇ ਦਾ ਵਕਫਾ ਵਿੱਚ ਲਿਖਿਆ ਹੋਇਆ ਕਿ ਉਹਦੇ ਬਾਅਦ ਉਹ ਸਾਰੀ ਦੀ ਸਾਰੀ એનર્ਜੀ ਆ ਜਿਹੜੀ 100% ਆ ਉਹ ਕਿਸੇ ਹੋਰ ਪਾਰਟੀ ਨੂੰ ਦੇ ਸਕਦਾ। ਤੇ ਜੇ ਇਸ ਤਰ੍ਹਾਂ ਕੰਟੀਨਿਊ ਰਹਿੰਦਾ, ਇਹਦਾ ਡਿਫਾਲਟ ਕੰਟੀਨਿਊਸਲੀ PSPCL ਆਪਣੀ ਆਰਥਿਕਤਾ ਕਰਕੇ ਉਹਨੂੰ ਨਹੀਂ ਦੇ ਸਕਦਾ ਪੈਸੇ ਬਿਜਲੀ ਦੇ ਬਕਾਇਆ ਖੜਾ ਰਹਿੰਦਾ ਗਾ, ਤਾਂ ਅਲਟੀਮੇਟਲੀ ਇਹ ਆ ਕਿ ਜਿਹੜਾ ਸੈਲਰ ਆ ਜਾਂ ਪ੍ਰਾਈਵੇਟ ਕੰਪਨੀਆਂ ਨੇ ਉਹ ਕਿਸੇ ਨੂੰ ਵੀ ਬਿਜਲੀ ਵੇਚ ਸਕੂਗਾ ਤੇ ਬਿਜਲੀ ਬੋਰਡ ਨੇ ਉਸਨੂੰ 3 ਸਾਲਾਂ ਦੇ ਜਿਹੜੇ ਕਪੈਸਿਟੀ ਚਾਰਜ ਦੇਣੇ ਪੈਣੇ ਆ, ਜਿਨ੍ਹਾਂ ਨੂੰ ਆਪਾਂ ਅੱਜ ਕੱਲ੍ਹ ਬਿਨਾਂ ਵਰਤੇ ਬਿਜਲੀ ਕਹਿੰਦੇ, ਉਹ ਬਿਨਾਂ ਵਰਤੇ 3 ਸਾਲ ਉਹਨਾਂ ਨੂੰ ਜਿਹੜੇ ਕਪੈਸਿਟੀ ਚਾਰਜ ਦੇਣੇ ਪੈਣਗੇ। ਤੇ ਉਹ ਲਗਭਗ 3 ਥਰਮਲਾਂ ਦੇ ਤਕਰੀਬਨ ਕੈਲਕੂਲੇਟ ਕਰਕੇ ਬਣਦੇ ਨੇ 10,000 ਕਰੋੜ ਰੁਪਇਆ ਬਣਦਾ ਹੈਗਾ ਕਿ 3 ਸਾਲਾਂ ਦੇ ਉਹ ਵੀ 3 ਸਾਲਾਂ 'ਚ ਦੇਣਾ ਪਊਗਾ। ਮਤਲਬ ਇਹ ਨਹੀਂ ਹੈਗਾ ਕਿ ਇੱਕਦਮ ਦੇਣਾ ਪਊਗਾ, ਉਹ 3 ਸਾਲਾਂ ਦੇ ਵਿੱਚ 10,000 ਕਰੋੜ ਦੇਣਾ ਪਊਗਾ ਹਰੇਕ ਮਹੀਨੇ, ਜਿਹੜਾ ਕਿ ਤੁਸੀਂ ਲਾ ਲਓ ਤਕਰੀਬਨ ਕੋਈ 300 ਕਰੋੜ ਰੁਪਇਆ ਇਹਦੇ ਆਸ-ਪਾਸ ਰਕਮ ਬਣ ਸਕਦੀ ਆ। ਤੇ ਉਸ ਤੋਂ ਇਲਾਵਾ ਜੇ ਉਹ ਜਿਹੜਾ ਸੈਲਰ ਹੈਗਾ ਪ੍ਰਾਈਵੇਟ ਕੰਪਨੀ, ਉਹ ਐਂ ਤਾਂ ਹੈ ਨਹੀਂ ਕਿ ਉਹ ਇੱਥੇ ਖੜੀ ਰਹੂਗੀ, ਉਹਨੇ ਆਪਣੀ ਬਿਜਲੀ ਬਣਾ ਕੇ ਕਿਸੇ ਨੂੰ ਵੇਚਣੀ ਹੈਗੀ ਆ। ਜੇ ਜਿਹੜੇ ਤੈਅ ਹੋਏ ਰੇਟ ਨੇ ਉਹਨਾਂ ਤੋਂ ਵੱਧ ਵੇਚਦਾ ਕਿਸੇ ਨੂੰ ਤਾਂ ਉਹ ਵਾਧੂ ਰਕਮ ਆ ਉਹ ਇਹਦੇ ਵਿੱਚੋਂ 10,000 ਜੋ ਵੀ ਰਕਮ ਬਣੂਗੀ ਉਹ 'ਚੋਂ ਨਿਕਲ ਜਾਊਗੀ। ਔਰ 3 ਸਾਲਾਂ 'ਚ ਇਹ ਤਕਰੀਬਨ 3 ਥਰਮਲਾਂ 10,000 ਰੁਪਇਆ 10,000 ਕਰੋੜ ਪੇ ਕਰਕੇ ਉਹ ਸਮਝੌਤੇ ਆਟੋਮੈਟਿਕਲੀ ਟਰਮੀਨੇਟ ਸਮਝੇ ਜਾਣਗੇ। ਇੰਨਾ ਕੁ ਜ਼ਰੂਰ ਉਹਨਾਂ ਵਿੱਚ ਲਿਖਿਆ ਹੋਇਆ। ਇਹਦੇ ਬਾਰੇ ਸਰਕਾਰ ਆ ਜਿਹੜੀ PSPCL ਆ ਉਹ ਆਪਣੇ ਲੀਗਲ ਐਕਸਪਰਟਾਂ ਤੋਂ ਰਾਏ ਲੈ ਸਕਦੀ ਹੈ ਕਿ ਇਹੀ ਸਮਝੌਤੇ ਦੇ ਵਿੱਚ ਇੰਨਾ ਕੀ ਆ ਕਿ ਡਿਫਾਲਟਰ ਹੋਣ ਤੇ PSPCL ਆ ਜਿਹੜਾ ਉਹ ਹੋ ਸਕਦਾ। ਅਦਰਵਾਈਜ਼ ਇਹਦੇ ਵਿੱਚ ਕਿਸੇ ਨੇ ਕੋਈ ਪਹਿਲਾਂ ਉਹਨੂੰ ਆਪਾਂ ਕਹਿ ਲਓ ਕਿ ਓਵਰਲੁੱਕ ਹੋ ਗਿਆ, ਟਰਮੀਨੇਸ਼ਨ ਬਾਰੇ PSPCL ਵੱਲੋਂ ਕੋਈ ਚਾਰਾ ਨਹੀਂ ਹੋ ਸਕਦਾ। ਉਹ ਇੰਨਾ ਕੁ ਜ਼ਰੂਰ ਆ ਕਿ ਬਿਲਕੁਲ ਸਮਝੌਤਿਆਂ 'ਚ ਕਿਤੇ ਨਾ ਕਿਤੇ ਖਾਮੀਆਂ ਤਾਂ ਹੈਗੀਆਂ ਨੇਗੀਆਂ। ਜਦੋਂ ਇਹ ਜਿਹੜੇ ਪਾਵਰ ਐਗਰੀਮੈਂਟ ਅਪਰੂਵ ਹੁੰਦੇ ਨੇ ਉਹਨਾਂ ਨੂੰ ਰੈਗੂਲੇਟਰ ਅਪਰੂਵ ਕਰਦਾ, ਜਿਹੜਾ ਸਟੇਟ ਇਲੈਕਟ੍ਰਿਸਿਟੀ ਰੈਗੂਲੇਟਰ ਹੁੰਦਾ, ਉਹ ਤੋਂ ਬਕਾਇਦਾ ਉਹ ਤੋਂ ਦਿਖਾਇਆ ਜਾਂਦਾ ਹੈਗਾ। ਔਰ ਉਹਦੇ ਵਿੱਚ ਮਤਲਬ ਉਹਨਾਂ ਨੇ ਇੱਕ ਵਾਰੀ ਇੱਕ ਪਟੀਸ਼ਨ ਦੇ ਵਿੱਚ ਰਾਏ ਵੀ ਦਿੱਤੀ ਸੀ ਰੈਗੂਲੇਟਰ ਨੇ ਕਿ ਜਿਹੜੇ ਸਮਝੌਤੇ ਵਿੱਚੋਂ ਵਾਏ ਆਊਟ ਕਰਨ ਦੀ, ਮਤਲਬ ਵਾਏ ਆਊਟ ਜਾਂ ਟਰਮੀਨੇਸ਼ਨ ਇੱਕੋ ਹੀ ਟਰਮ ਜੀ ਬਣ ਜਾਂਦੀਆਂ ਨੇ। ਵਾਏ ਆਊਟ ਦਾ ਮਤਲਬ ਕਿ ਕੁਛ ਲੈ ਦੇ ਕੇ ਉਹਦੇ ਨਾਲ ਸਮਝੌਤਾ ਕਰਕੇ ਬਾਹਰ ਨਿਕਲਿਆ ਜਾ ਸਕਦਾ ਕਿ ਇਹ ਟਰਮ ਵੀ ਪਾਓ। ਉਹ ਉਦੋਂ ਹੋ ਸਕਦਾ ਜਦ ਕਾਹਲੀ ਦੇ ਵਿੱਚ ਕਿ ਪ੍ਰੈਸ਼ਰ ਇੰਨਾ ਸੀਗਾ ਜਾਂ ਕਿਸੇ ਨੂੰ ਇਹਨਾਂ ਚੀਜ਼ਾਂ ਦਾ, ਕਿਉਂਕਿ ਸਾਰੇ ਸਮਝੌਤੇ ਤਕਰੀਬਨ ਬੜੀ ਕਾਹਲੀ 'ਚ ਹੋਏ ਨੇ। ਕਿਸੇ ਨੇ ਰੱਬ ਜਾਣੇ ਜਾਂ ਤਾਂ ਇੰਨੀ ਇਹਨਾਂ 'ਤੇ ਮਿਹਨਤ ਨਹੀਂ ਹੋਈ। ਤੇ ਈਵਨ ਆਪਣੀ ਪਹਿਲਾਂ ਵੀ ਜਦੋਂ ਗੱਲ ਹੋਈ ਸੀ ਸੁਪਰੀਮ ਕੋਰਟ ਦੇ ਵਿੱਚ, ਜਦੋਂ ਕੇਸ ਗਿਆ ਸੀਗਾ ਇਹ ਕੋਲ ਵਾਸ਼ਿੰਗ ਦਾ, ਤਾਂ ਮਾਨਯੋਗ ਸੁਪਰੀਮ ਕੋਰਟ ਨੇ ਉੱਥੇ ਬਿਲਕੁਲ ਇਹ ਵੱਖਰੇ ਤੌਰ 'ਤੇ ਐਡਵਾਈਸ ਲਿਖੀ ਸੀ ਕਿ ਇਹਨਾਂ ਸਮਝੌਤਿਆਂ ਦੇ ਜਿਹੜੇ ਖਰੜੇ ਆ ਤਿਆਰ ਕਰਨ ਵੇਲੇ ਉਹ ਬਹੁਤ ਹੀ ਜ਼ਿਆਦਾ ਬਿਜਲੀ ਦੇ ਐਕਸਪਰਟ ਤੇ ਲੀਗਲ ਐਕਸਪਰਟਾਂ ਤੋਂ ਤਿਆਰ ਕਰਾਏ ਜਾਣੇ ਚਾਹੀਦੇ ਆ ਤੇ ਪਾਰਟੀ ਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਕਿਸ ਕਾਗਜ਼ ਦੇ ਉੱਤੇ ਦਸਤਖਤ ਕਰ ਰਹੇ ਹਾਂ। ਸੋ ਇਹ ਜਿਹੜਾ ਕੁੱਲ ਮਿਲਾ ਕੇ ਇਹਦੇ ਵਿੱਚ ਕੋਈ ਇੱਦਾਂ ਦੀਆਂ ਕਲਾਜ਼ਸ ਨਹੀਂ ਪਈਆਂ ਕਿ ਜੇ ਕੋਈ ਖੁਦਾ ਨਾ ਖਾਸਤਾ ਇੱਦਾਂ ਦੀ ਗੱਲ ਆ ਜਾਵੇ ਕਿ ਅਸੀਂ ਉਹਨਾਂ ਨੂੰ ਟਰਮੀਨੇਟ ਕਰ ਸਕੀਏ। ਸੋ ਇੰਨਾ ਸਿੱਧਾ ਨਹੀਂ ਹੈਗਾ ਟਰਮੀਨੇਟ ਕਰਨਾ। ਹਾਂ, ਇਹ ਇੱਕਦਮ ਇਹ ਲੱਗਦਾ ਕਿ ਜੇ ਡਿਫਾਲਟਰ ਹੋ ਜਾਂਦਾ, ਹੁਣ ਕਿਸੇ ਫਰਜ਼ ਕਰੋ ਆਪਾਂ ਕਹਿੰਦੇ ਹਾਂ ਕਿ ਕੋਈ ਕਰਜ਼ਾਈ ਆ ਬੰਦਾ, ਉਹਦੇ ਕੋਲੇ ਆਪਣਾ ਘਰ ਚਲਾਉਣ ਵਾਸਤੇ ਪੈਸੇ ਨਹੀਂ ਹੈਗੇ, ਬੈਂਕ ਦਾ ਕਰਜ਼ਾ ਨਹੀਂ ਦੇ ਸਕਦਾ, ਡਿਫਾਲਟਰ ਹੋ ਗਿਆ। ਇਹੀ ਗੱਲ PSPCL ਦੀ ਹੈ ਜੀ। ਤੇ ਮੇਰੀ ਸਮਝ ਮੁਤਾਬਕ ਇਹ ਰਸਤਾ PSPCL ਕੋਲੇ ਹੈਗਾ ਕਿਉਂਕਿ ਉਹਦੀ ਜਿਹੜੀ ਫਾਈਨੈਂਸ਼ੀਅਲ ਹਾਲਤ ਆ ਬਹੁਤ ਖਸਤਾ ਹੈਗੀ ਆ। ਉਹਦਾ ਡੰਗ ਮਤਲਬ ਜਿਵੇਂ ਕਹਿੰਦਾ ਹੈਂਡ ਟੂ ਮਾਊਸ ਹੀ ਚੱਲ ਰਿਹਾ ਹੈਗਾ। ਤਨਖਾਹਾਂ ਨਵੀਆਂ ਤਨਖਾਹਾਂ ਉਹ ਨਹੀਂ ਲਾਗੂ ਕਰ ਸਕਦਾ ਹੈਗਾ, ਸਕੇਲ ਵਗੈਰਾ। ਤੇ ਉਹ ਇਸ ਕਰਕੇ ਉਹ ਇਹ ਬਿੱਲ ਪੇ ਕਰ ਤੋਂ ਇੱਕ ਤਰ੍ਹਾਂ ਅਸਮਰੱਥ ਹੈਗਾ ਗਾ।
ਔਰ ਦੂਸਰੀ ਗੱਲ ਇਹ ਹੈਗੀ ਆ ਕਿ ਗੱਲ ਤਾਂ ਹੁਣ ਇਹ ਸਮਝੌਤਿਆਂ ਦੀ ਚੱਲ ਪਈ ਹੈ ਨਾ, ਰੱਦ ਕਰਨ ਦੀ ਕਹਿ ਲਓ, ਟਰਮੀਨੇਟ ਕਰਨ ਦੀ। ਤੇ ਮੈਨੂੰ ਲੱਗਦਾ ਕਿ ਇਹ ਜੇ ਤਾਂ ਹੁਣ ਹੋ ਗਿਆ 10-12 ਦਿਨਾਂ ਦੇ ਵਿੱਚ, ਫਿਰ ਤਾਂ ਹੋ ਜਾਊਗਾ। ਅਦਰਵਾਈਜ਼ ਇੱਕ ਹੁਣ ਪਾਰਲੀਮੈਂਟ ਦਾ ਜਿਹੜਾ ਮੌਨਸੂਨ ਸੈਸ਼ਨ ਚੱਲ ਰਿਹਾ, ਉਹਦੇ ਵਿੱਚ ਬਿੱਲ 2021 ਹੈ। ਜੇਕਰ ਉਹ ਬਿੱਲ ਕਾਨੂੰਨ ਬਣ ਜਾਂਦਾ ਤਾਂ ਰਾਜ ਸਰਕਾਰਾਂ ਦੇ ਹੱਥੋਂ ਇਹ ਗੱਲ ਰੀਨੈਗੋਸ਼ੀਏਸ਼ਨ ਦੀ ਜਾਂ ਟਰਮੀਨੇਸ਼ਨ ਦੀ ਵੀ ਖੁੱਸ ਜਾਣੀ ਹੈ, ਕਿਉਂਕਿ ਉੱਥੇ ਇੱਕ ਅਲੱਗ ਐਨਫੋਰਸਮੈਂਟ ਅਥਾਰਟੀ ਕਾਇਮ ਹੋ ਜੂਗੀ। 13 ਅਗਸਤ ਤੱਕ ਚੱਲਣਾ ਜੀ ਇਹ ਜਿਹੜਾ ਸੈਸ਼ਨ ਆ, ਉਹਦੇ ਵਿੱਚ ਇਹ ਗੱਲ ਬੜੀ ਜ਼ੋਰਾਂ ਤੇ ਆ ਕਿ ਬਿਜਲੀ ਕਾਨੂੰਨ ਆ ਜਿਹੜਾ, ਉਹਦੀ ਵੀ ਇਹ ਸੋਧ ਕੀਤੀ ਜਾਊਗੀ। 2021 ਬਿੱਲ ਨਵਾਂ ਕਾਨੂੰਨ ਬਣ ਜਾਊਗਾ ਤੇ ਉਹਦੇ ਤਹਿਤ ਇੱਕ ਅਪੈਲਟ ਜਿਹੜੀ ਐਨਫੋਰਸਮੈਂਟ ਇਲੈਕਟ੍ਰੀਸਿਟੀ ਕੰਟਰੈਕਟ ਐਨਫੋਰਸਮੈਂਟ ਅਥਾਰਟੀ ਆ ਬਣੂਗੀ। ਤੇ ਉਹ ਸਾਰੇ ਜਿਹੜੇ PPA ਹੋਏ ਨੇ ਸਟੇਟਸ ਦੇ, ਕਿਸੇ ਵੀ ਸਟੇਟ ਦੇ, ਉਹ ਸਟੇਟਸ ਉਹ ਤੇ ਕੋਈ ਨਜ਼ਰਸਾਨੀ ਨਹੀਂ ਕਰ ਸਕਣਗੀਆਂ। ਜੇ ਕਿਸੇ ਨੂੰ ਕੋਈ ਦੁੱਖ ਤਕਲੀਫ ਹੋਊਗੀ ਤਾਂ ਉਹ ਸੈਂਟਰ ਦੇ ਵਿੱਚ ਜਾਊਗਾ। ਸੋ ਮੇਰੇ ਖਿਆਲ 'ਚ ਇਹ ਬੜਾ ਕ੍ਰਿਟੀਕਲ ਸਮਾਂ ਹੈਗਾ ਸਰਕਾਰ ਵਾਸਤੇ ਵੀ, ਸਾਰੇ ਲੋਕਾਂ ਵਾਸਤੇ ਵੀ, ਕਿ ਇਸ ਸਮੇਂ ਜੇ ਕੁਛ ਹੋ ਸਕਦਾ ਤਾਂ ਉਹ ਬਿੱਲ ਪਾਸ ਹੋਣ ਤੋਂ ਪਹਿਲਾਂ ਹੋ ਜਾਵੇ। ਅਦਰਵਾਈਜ਼ ਜੇ ਗੌਰਮੈਂਟ ਦੇ ਹੱਥ 'ਚੋਂ ਇਹ ਗੱਲ ਵੀ ਜਾਣੀ ਆ, ਕੋਈ ਨਵੀਂ ਪਾਰਟੀ ਵੀ ਉੱਠ ਕੇ ਇਹ ਨਹੀਂ ਕਹਿ ਸਕੂਗੀ ਕਿ ਅਸੀਂ ਅਗਲੀਆਂ ਚੋਣਾਂ ਜੇ ਸਾਨੂੰ ਤੁਸੀਂ ਜਿਤਾ ਦਿੱਤਾ ਜੀ, ਅਸੀਂ ਤੁਹਾਡੇ ਸਮਝੌਤੇ ਰੱਦ ਕਰ ਦਿਆਂਗੇ। ਉਹ ਸਾਰੀ ਗੱਲ ਆ ਜਿਹੜੀ ਸਟੇਟ ਦੇ ਹੱਥ 'ਚੋਂ, ਜਿਹੜੀ ਮਤਲਬ ਇਹ ਕੰਕਰੈਂਟ ਸਟੇਟ ਲਿਸਟ 'ਚ ਆਉਂਦੀ ਆ ਬਿਜਲੀ, ਕਿ ਦੋਨੇ ਧਿਰਾਂ, ਸਰਕਾਰ, ਸੈਂਟਰ ਸਰਕਾਰ ਵੀ ਤੇ ਪੰਜਾਬ ਸਰਕਾਰ ਵੀ ਕਾਨੂੰਨ ਬਣਾ ਸਕਦੀ ਹੈ ਇਹਦੇ ਉੱਤੇ। ਤੇ ਉਹ ਉਸ ਮੁਤਾਬਕ ਉਹਦਾ ਕਾਨੂੰਨ ਜੇ ਸੈਂਟਰ ਸਰਕਾਰ ਬਣਾ ਦੇਵੇ ਤਾਂ ਉਹ ਕਾਨੂੰਨ ਜਿਹੜੇ ਸਟੇਟ ਨਾਲੋਂ ਉੱਪਰ ਹੁੰਦਾ ਗਾ। ਤੇ ਉਹ ਕਾਨੂੰਨ ਮੇਰੇ ਖਿਆਲ 'ਚ ਪੱਕਾ ਹੀ ਹੈ ਜੀ। ਜਦੋਂ ਕਿ ਆਹ ਸਾਰਾ ਰੌਲਾ ਪੈ ਰਿਹਾ ਗਾ ਤੇ ਉਹ ਵੀ ਇੱਕ ਦੋ ਜਿਹੜੀ ਪਹਿਲਾਂ ਸਮਝੌਤੇ ਰੱਦ ਹੋਏ ਨੇਗੇ, ਜਿਵੇਂ ਯੂਪੀ 'ਚ ਵੀ ਜਾਂ ਹੋਰ ਕਿਤੇ, ਉਹਨਾਂ ਨੂੰ ਮੁੱਖ ਰੱਖ ਕੇ ਜਿਹੜੀਆਂ ਦੂਸਰੀ ਧਿਰਾਂ ਹੈਗੀਆਂ, ਕਾਰਪੋਰੇਟ ਘਰਾਣੇ ਹੈਗੇ ਆ, ਉਹ ਇਸ ਬਿੱਲ ਨੂੰ ਲਿਆਉਣ ਵਿੱਚ ਬੜੇ ਕਾਹਲੇ ਨੇ। ਤੇ ਉਹ ਬਿੱਲ ਮੈਨੂੰ ਲੱਗਦਾ ਹੋ ਜਾਊਗਾ। ਤੇ ਪੰਜਾਬ ਕੋਲ ਸਮਾਂ ਹੈਗਾ ਕਿ ਜੇ ਰੀਨੈਗੋਸ਼ੀਏਸ਼ਨ ਹੋ ਜਾਵੇ ਤਾਂ, ਜਾਂ ਇਹਨਾਂ ਨੂੰ ਜੇ ਕਿਸੇ ਤਰ੍ਹਾਂ ਜਿਵੇਂ ਮੈਂ ਦੱਸਿਆ ਰੱਦ ਵੀ ਹੋ ਜਾਵੇ ਤਾਂ ਮੌਕਾ ਹੈਗਾ। ਅਦਰਵਾਈਜ਼ ਨਹੀਂ ਤਾਂ ਇਹ ਦੇਖੋ, ਹੁਣ ਤੱਕ ਅਸੀਂ 5700 ਕਰੋੜ ਰੁਪਈਆ ਪੇ ਕਰ ਚੁੱਕੇ ਹਾਂਗੇ ਬਿਨਾਂ ਬਿਜਲੀ ਵਰਤੇ, ਤੇ 51,000 ਕਰੋੜ ਰੁਪਈਆ ਅਸੀਂ ਇਹਨਾਂ ਨੂੰ ਦੇ ਚੁੱਕੇ ਹਾਂ ਸਾਰੇ ਥਰਮਲਾਂ ਨੂੰ, ਤੇ ਤਕਰੀਬਨ 2.5 ਲੱਖ ਕਰੋੜ ਰੁਪਈਆ 25 ਸਾਲਾਂ 'ਚ ਬਣਦਾ ਹੈਗਾ ਜੀ, ਜਿਹੜਾ ਕਿ ਬਹੁਤ ਜ਼ਿਆਦਾ, ਜਦੋਂ ਕਿ ਬਾਹਰੋਂ ਬਿਜਲੀ ਸਾਨੂੰ ਸਸਤੀ ਮਿਲ ਰਹੀ ਹੈਗੀ। ਇਹੋ ਜਿਹੀ ਕੋਈ ਗੱਲ ਨਹੀਂ ਕਿ ਸਾਨੂੰ ਬਿਜਲੀ ਹੁਣ ਨਹੀਂ ਮਿਲ ਰਹੀ। ਬਿਲਕੁਲ ਬਿਲਕੁਲ। ਇਹ ਬੜਾ ਮੇਰੇ ਖਿਆਲ ਦੇ ਵਿੱਚ ਰੌਂਗਟੇ ਖੜੇ ਕਰਨ ਵਾਲਾ ਖੁਲਾਸਾ ਹੈ ਕਿ ਜਦੋਂ ਬਿਜਲੀ ਸੋਧ ਐਕਟ ਸਰਕਾਰ, ਕੇਂਦਰ ਸਰਕਾਰ ਲਿਆਉਣ ਦੀਆਂ ਤਿਆਰੀਆਂ ਕਰ ਰਹੀ ਹੈ, ਉਹਦੇ ਉੱਤੇ ਬਿੱਲ ਤੇ ਫਿਰ ਕਾਨੂੰਨ ਬਣ ਜਾਣਾ, ਤੇ ਦੂਜੇ ਬੰਨੇ ਪੰਜਾਬ ਦੀ ਸਰਕਾਰ ਜਾਂ ਸੂਬਾ ਸਰਕਾਰਾਂ ਜਿਹੜੀਆਂ ਉਹਨਾਂ ਦੇ ਹੱਥ ਬੰਨੇ ਜਾਂਦੇ ਨੇ, ਸਾਰੇ ਉਧਰ ਚਲਾ ਜਾਣਾ। ਬਿਲਕੁਲ ਵਾਕਈ ਮੰਨ ਸਕਦੇ ਹਾਂ ਕਿ ਤਲਵਾਰ ਖੜੀ ਹੈ। ਇੱਕ ਭੁੱਲਰ ਸਾਹਿਬ ਹੋਰ ਤਰਕ ਦਿੱਤਾ, ਇਹ ਕਿੱਥੋਂ ਤੱਕ ਵਾਜਬ ਹੈ ਤਰਕ ਕਿ ਝੋਨੇ ਦੇ ਸੀਜ਼ਨ ਦੇ ਵਿੱਚ ਜਿਹੜੇ ਬਿਜਲੀ ਪਲਾਂਟ ਨੇ ਉਨੀ ਸਪਲਾਈ ਬਿਜਲੀ ਦੀ ਨਹੀਂ ਦੇ ਸਕੇ, ਇਸ ਕਰਕੇ ਇਹਦੇ ਉੱਤੇ ਜਿਹੜਾ ਰਿਵਿਊ ਹੋ ਜਾਣਾ ਚਾਹੀਦਾ ਹੈ ਕਿ ਰੱਦ ਹੋਣੇ ਲਾਜ਼ਮੀ ਨੇ। ਇਸ ਕਰਕੇ ਇਹ ਕਿੱਥੋਂ ਤੱਕ ਵਾਜਬ ਹੈ, ਕਿਉਂਕਿ ਇਹ ਬੜਾ ਹਲਕਾ ਫੁਲਕਾ ਜਿਹਾ ਲੱਗਦਾ ਹੈ ਇਹ ਤਰਕ ਜਿਹੜਾ। ਨਹੀਂ ਦੇਖੋ, ਇਹ ਤਰਕ ਜਦੋਂ ਆਪਾਂ ਓਵਰਆਲ ਪੰਜਾਬ ਦਾ ਜਿਹੜਾ ਪਾਵਰ ਪੈਟਰਨ ਦੇਖੀਏ ਜੀ, ਤਾਂ ਇਹ ਤਰਕ ਸਮਝੌਤਿਆਂ ਦੇ ਵਿੱਚ ਬਿਲਕੁਲ ਰੱਖਿਆ ਜਾਣਾ ਚਾਹੀਦਾ ਸੀ। ਇਹ ਬਹੁਤ ਵੱਡੀ, ਮੈਂ ਕਹਾਂ ਕਿ ਗੱਲ ਅੱਖੋਂ ਪਰੋਖੇ ਹੋ ਗਈ, ਕਿਉਂਕਿ ਪੰਜਾਬ ਨੂੰ ਬਿਜਲੀ ਦੀ ਲੋੜ ਆ ਜਿਹੜੀ ਨਾ ਜੀ, 9 ਮਹੀਨੇ ਤਾਂ ਪੰਜਾਬ ਦੇ ਵਿੱਚ ਸਿਰਫ ਜਿਹੜੀ ਡਿਮਾਂਡ ਆ ਉਹ 7000 ਮੈਗਾਵਾਟ ਦੇ ਆਸ-ਪਾਸ ਰਹਿੰਦੀ ਆ, ਤੇ 2-2.5 ਮਹੀਨੇ ਜਿਹੜੇ ਪੈਡੀ ਸੀਜ਼ਨ ਦਾ ਹੁੰਦਾ ਗਾ, ਉਹਦੇ ਵਿੱਚ ਜਿਹੜੀ ਡਿਮਾਂਡ ਆ ਉਹ 2 ਗੁਣਾ ਜਾਂ 2.5 ਗੁਣਾ ਵੱਧ ਜਾਂਦੀ ਹੈਗੀ। ਤਕਰੀਬਨ ਉਹ 12-14 ਮੈਗਾਵਾਟ ਇਸ ਵਾਰੀ 14 ਜਾਂ 15 ਦੇ ਨੇੜੇ ਜੁਲਾਈ ਦੇ ਵਿੱਚ ਜਾਂਦੀ ਹੈਗੀ। ਸੋ ਇਸ ਚੀਜ਼ ਨੂੰ ਜ਼ਰੂਰ ਮੁੱਖ ਰੱਖਿਆ ਜਾਣਾ ਚਾਹੀਦਾ ਸੀਗਾ ਕਿ ਵੀ ਜਿਹੜੇ ਸਮਝੌਤੇ ਨੇਗੇ ਉਹਨਾਂ ਦੇ ਵਿੱਚ ਇਹ ਪੈਨਲਟੀ ਕਲਾਜ਼ ਪਾਈ ਜਾਂਦੀ ਕਿ ਜਦੋਂ ਬਿਜਲੀ ਲੋੜ ਆ ਸਾਨੂੰ, ਖਾਸ ਕਰਕੇ ਪਤਾ ਸੀ ਕਿ ਪੈਡੀ ਸੀਜ਼ਨ ਦੇ ਵਿੱਚ ਸਾਨੂੰ ਲੋੜ ਹੁੰਦੀ ਹੈਗੀ, ਤੇ ਉਦੋਂ ਸਾਨੂੰ ਜੇ ਪਲਾਂਟ ਬਿਜਲੀ ਨਹੀਂ ਦਿੰਦੇ ਤਾਂ ਕੋਈ ਪੈਨਲਟੀ ਲਾਈ ਜਾਊਗੀ। ਪਰ ਪੈਨਲਟੀ ਦੀ ਕਲਾਜ਼ ਆ ਜਿਹੜੀ ਉਹ ਬੜੀ ਮਤਲਬ ਹਾਸੋਹੀਣੀ ਜੀ ਹੈਗੀ ਹੈ ਕਿ ਉਹਨਾਂ ਨੂੰ ਪੈਨਲਟੀ ਲੱਗ ਹੀ ਨਹੀਂ ਸਕਦੀ ਜੀ, ਕਿਉਂਕਿ ਉਦੋਂ ਥੱਲੇ ਪਰਫੋਰਮੈਂਸ ਉਹਦਾ ਦੀ ਜਾਣੀ ਨਹੀਂ ਗੀ। ਜੇ 3 ਮਹੀਨੇ ਵੀ ਬੰਦ ਰਹਿੰਦੇ, ਉਹ ਸਾਲ ਦੇ ਵਿੱਚੋਂ ਕਿੰਨੇ ਮਹੀਨੇ ਬੰਦ ਰਹਿੰਦੇ ਹੈਗੇ ਉਹ ਲਿਆ ਜਾਂਦਾ ਗਾ। ਤੇ ਹੁਣ ਬਿਲਕੁਲ ਹੀ ਜਿਹੜੇ ਪ੍ਰਾਈਵੇਟ ਪਲਾਂਟ ਨੇ ਦੇਖੋ, ਉਹ ਤਲਵੰਡੀ ਸਾਬੋ ਬਿਲਕੁਲ 2 ਯੂਨਿਟ ਦੇ ਬੰਦ ਪਏ ਹੈਗੇ, ਲੋੜ ਪੈਣ ਤੇ ਉੱਥੋਂ ਬਿਜਲੀ ਨਹੀਂ ਮਿਲ ਸਕੀ। ਜੇ ਕਿਤੇ ਉਹਨਾਂ ਨੂੰ ਇਹ ਡਰ ਹੁੰਦਾ ਕਿ ਸਾਨੂੰ ਕੋਈ ਹੈਵੀ ਫਾਈਨ ਲੱਗੂਗਾ ਜਦੋਂ ਅਸੀਂ ਸੀਜ਼ਨ 'ਚ ਬਿਜਲੀ ਨਹੀਂ ਦੇ ਸਕਾਂਗੇ, ਤਾਂ ਉਹ
ਲਾਜ਼ਮੀ ਤੌਰ ਤੇ ਮੇਰੇ ਖਿਆਲ 'ਚ ਉਹ ਐਫਰਟ ਕਰਦੇ ਕਿ ਇਨ ਟਾਈਮ ਜਿਹੜਾ ਯੂਨਿਟ ਚੱਲ ਜਾਂਦਾ, ਕਿਉਂਕਿ ਜਿਵੇਂ ਉੱਥੇ ਕੋਈ ਫਾਲਟ ਦੱਸਦਾ, ਇਸ ਤਰ੍ਹਾਂ ਦੇ ਫਾਲਟ ਸਾਡੇ ਇਹ ਤਜਰਬਾ ਹੈਗਾ ਬਿਜਲੀ ਬੋਰਡਾਂ 'ਚ ਵੀ ਪੈਂਦੇ ਰਹਿੰਦੇ ਆ ਥਰਮਲਾਂ 'ਤੇ, ਉਹ ਬਕਾਇਦਾ ਲੋਕਾਂ ਨੇ ਕਿਉਂਕਿ ਲੋਕਾਂ ਨੂੰ ਵੀ ਇੰਟਰਸਟ ਹੁੰਦਾ, ਅਸੀਂ ਸਾਰੇ ਇਹੀ ਹੁੰਦੇ ਆ ਕਿ ਲੋਕਾਂ ਨੂੰ ਬਿਜਲੀ ਚਾਹੀਦੀ ਹੈ ਜੀ, ਪੈਡੀ ਸੀਜ਼ਨ ਚਾਹੀਦੀ ਹੈ, ਸਾਰੇ ਲੋਕ ਉੱਥੇ ਬੜਾ ਨਿੱਠ ਕੇ ਕੰਮ ਕਰਦੇ ਨੇ। ਔਰ ਹਾਰਡਲੀ 45 ਦਿਨਾਂ ਵੱਧ ਤੋਂ ਵੱਧ ਮਹੀਨਾ ਲੱਗਦਾ। ਇੱਕ ਵਾਰੀ ਸਾਡੀ ਟਰਬਾਈਨ ਖਰਾਬ ਹੋ ਗਈ ਸੀ ਲਹਿਰੇ, ਉਹ ਸਾਰੀ ਅਸੀਂ 40 ਕੁ ਦਿਨਾਂ ਦੇ ਵਿੱਚ ਠੀਕ ਕਰਤੀ ਸੀਗੀ। ਉਹ ਇਸ ਕਰਕੇ ਉਹ ਲੋਕਾਂ ਦਾ ਮਤਲਬ ਕਿ ਉਹਨਾਂ ਜੇ ਜੁਰਮਾਨਾ ਹੋਊ ਤਾਂ ਇੰਟਰਸਟ ਨਹੀਂ ਤਾਂ ਹੀ ਬਣਦਾ ਗਾ ਕਿ ਜੇ ਕੋਈ ਉਹਨਾਂ ਨੂੰ ਫਾਈਨੈਂਸ਼ੀਅਲ ਲੋਸ ਹੁੰਦਾ ਹੋਊਗਾ ਨਾ, ਅਤੇ ਬਿਲਕੁਲ ਹੈਗੀ ਆ ਜੇ ਉਹਦੇ ਵਿੱਚ ਇਹ ਪਾਈ ਹੁੰਦੀ ਕਲਾਜ਼ ਕਿ ਜੇਕਰ ਸਾਨੂੰ ਸੀਜ਼ਨ ਦੇ ਵਿੱਚ ਬਿਜਲੀ ਨਹੀਂ ਮਿਲਦੀ ਤਾਂ ਅਸੀਂ ਸਮਝੌਤੇ ਰੱਦ ਕਰਾਂਗੇ ਜਾਂ ਹੈਵੀ ਫਾਈਨ ਲਾਵਾਂਗੇ। ਔਰ ਇਹ ਵੱਡੀ ਗਲਤੀ ਹੋਈ ਹੈ ਕਿਉਂਕਿ ਜਿਹੜੀ ਆਪਣੀ ਇੰਡੀਆ ਗੌਰਮੈਂਟ ਦੀ ਪਾਲਿਸੀ ਸੀਗੀ ਪ੍ਰਾਈਵੇਟ ਥਰਮਲ ਪਲਾਂਟ ਲਾਉਣ ਦੀ, ਉਹਦੇ ਵਿੱਚ ਇਹ 3 ਪ੍ਰੋਵੀਜ਼ਨਾਂ ਸੀਗੀਆਂ ਕਿ ਤੁਸੀਂ ਜਾਂ ਤਾਂ ਬੇਸ ਲੋਡ ਪਲਾਂਟ ਲਵਾਓ ਜਾਂ ਪੀਕ ਲੋਡ ਜਾਂ ਸੀਜ਼ਨ ਵਾਸਤੇ ਲੋਡ, ਆਪਣੀ ਲੋੜ ਦੇ ਅਨੁਸਾਰ। ਜਿਹੜੀ ਪੰਜਾਬ ਦੀ ਲੋੜ ਸੀ ਉਹ ਸੀਜ਼ਨਲ ਲੋੜ ਸੀ, ਸੀਜ਼ਨਲ ਪੀਕ ਆਉਂਦੀ ਹੈ ਸਾਡੇ ਕੋਲ ਪੈੜੀ ਦੇ ਵਿੱਚ। ਸੋ ਸਾਨੂੰ ਇਸ ਤਰ੍ਹਾਂ ਇਹਨਾਂ ਨਾਲ ਸਮਝੌਤਾ ਕਰਨਾ ਚਾਹੀਦਾ ਸੀਗਾ ਕਿ ਪੈੜੀ ਦੇ ਵਿੱਚ ਅਸੀਂ ਤੁਹਾਡੇ ਕੋਲੋਂ 80% ਬਿਜਲੀ ਲਵਾਂਗੇ ਜੀ, ਜਾਂ 90 ਜਿੰਨੀ ਵੀ ਆਪਾਂ ਕਹਿ ਸਕਦੇ ਹੈਗੇ, ਅਤੇ ਦੂਸਰੇ ਮਹੀਨਿਆਂ ਦੇ ਦੌਰਾਨ ਅਸੀਂ ਤੁਹਾਡੇ ਕੋਲੋਂ 60% ਜਾਂ ਇੰਨੀ ਬਿਜਲੀ ਲਵਾਂਗੇ। ਜੇ ਕਿਤੇ ਇਹ ਕਲਾਜ਼ ਹੁੰਦੀ ਤਾਂ ਸਾਰੀਆਂ ਨੌਬਤਾਂ ਜਿਹੜੀਆਂ ਇਹਨਾਂ ਨੂੰ ਮੇਰੇ ਖਿਆਲ ਸਮਝੌਤਿਆਂ ਨੂੰ ਕੋਈ ਰੱਦ ਕਰਨ ਦੇ ਵਗੈਰਾ ਇਹੋ ਜਿਹੀ ਗੱਲ ਨਹੀਂ ਕਿ ਪੰਜਾਬ ਨੂੰ ਬਿਜਲੀ ਦੀ ਤਾਂ ਲੋੜ ਸੀ, ਠੀਕ ਕਪੈਸਿਟੀ ਵੱਧ ਲੱਗ ਗਈ, 4000 ਮੈਗਾਵਾਟ ਲੱਗ ਗਈ 2000 ਮੈਗਾਵਾਟ ਦੀ ਥਾਂ, ਅਤੇ ਇਸ ਕਰਕੇ ਇਹ ਜਿਹੜੇ ਸਮਝੌਤੇ ਨੇ ਇਹਦੇ ਵਿੱਚ ਇਹ ਕਮੀ ਜ਼ਰੂਰ ਹੈਗੀ ਆ, ਪਰ ਇੱਦਾਂ ਦਾ ਕੋਈ ਇਹਦੇ ਵਿੱਚ ਪ੍ਰਾਵਧਾਨ ਹੈ ਨਹੀਂ, ਪ੍ਰੋਵੀਜ਼ਨ ਹੈ ਨਹੀਂ ਕਿ ਸਾਨੂੰ ਉਹਨੇ ਬਿਜਲੀ ਨਹੀਂ ਦਿੱਤੀ ਇਸ ਕਰਕੇ ਰੱਦ ਕਰ ਦਿਓ ਜੀ। ਕੋਈ ਐਗਰੀਮੈਂਟ ਦੇ ਵਿੱਚ ਇੱਦਾਂ ਦਾ ਲਫ਼ਜ਼ ਨਹੀਂ ਹੈਗਾ ਜਿਹੜਾ ਕਿ ਪਾਇਆ ਜਾਣਾ ਚਾਹੀਦਾ ਸੀ। ਜੀ ਇਹੀ ਕਮੀਆਂ ਨੇ ਜਿਨ੍ਹਾਂ ਕਰਕੇ ਆਪਾਂ ਇਹਨਾਂ ਨੂੰ ਕੁਰੇਦਦੇ ਰਹਿੰਦੇ ਹਾਂ ਕਿ ਸਮਝੌਤੇ ਠੀਕ ਨਹੀਂ ਹੈਗੇ ਜੀ, ਉਹ ਇਸ ਤਰ੍ਹਾਂ ਦੀਆਂ ਕਮੀਆਂ ਨਹੀਂ ਨੇ। ਬਿਲਕੁਲ ਬਿਲਕੁਲ ਭੁੱਲਰ ਸਾਹਿਬ ਕਿ 20% ਆਪਾਂ ਮੰਨ ਲਈਏ ਕਿ ਬਿਜਲੀ ਸਮਝੌਤੇ ਰੱਦ ਹੋਣ ਤੇ ਉਸ ਤੋਂ ਬਾਅਦ ਜਿਹੜੇ ਪ੍ਰਾਈਵੇਟ ਥਰਮਲ ਬੰਦ ਹੋ ਜਾਣਗੇ, ਤਾਂ ਇੱਕ ਚਰਚਾ ਹੈ ਕਿ ਪੰਜਾਬ ਦੇ ਵਿੱਚ ਕਿਤੇ ਬਲੈਕ ਆਊਟ ਨਾ ਹੋ ਜਾਏ, ਸਾਰੇ ਪਾਸੇ ਹਨੇਰਾ ਨਾ ਛਾ, ਸਰਕਾਰੀ ਥਰਮਲ ਪਲਾਂਟਾਂ ਦਾ ਹਾਲ ਸਭ ਨੂੰ ਪਤਾ ਹੀ ਆ, ਇਹ ਕਿੱਥੋਂ ਤੱਕ? ਹੁਣ ਦੇਖੋ ਜੀ, ਇੱਕ ਤਾਂ ਇਹ ਗੱਲ ਬੜੀ ਕਲੀਅਰ ਹੋਣੀ ਚਾਹੀਦੀ ਆ ਕਿ ਸਰਕਾਰੀ ਥਰਮਲ ਪਲਾਂਟ ਦਾ ਹਾਲ ਮਾੜਾ ਨਹੀਂ ਹੈਗਾ ਜੀ। ਸਰਕਾਰੀ ਥਰਮਲ ਪਲਾਂਟ ਤਾਂ ਇਸ ਕਰਕੇ ਨਹੀਂ ਚੱਲ ਰਹੇ ਕਿਉਂਕਿ ਇਹਦੇ ਪ੍ਰਾਈਵੇਟ ਥਰਮਲਾਂ ਨਾਲ ਸਮਝੌਤੇ ਹੋ ਗਏ, ਉਨੀ ਬਿਜਲੀ ਦੀ ਸਾਨੂੰ ਲੋੜ ਹੈ ਨਹੀਂ। ਤੁਹਾਨੂੰ ਦੱਸਿਆ 9 ਮਹੀਨੇ ਤੋਂ ਸਾਨੂੰ 7000 ਮੈਗਾਵਾਟ ਚਾਹੀਦੀ ਹੈਗੀ, ਇਸ ਕਰਕੇ ਸਰਕਾਰੀ ਥਰਮਲਾਂ ਨੂੰ ਉਹਨਾਂ ਨੂੰ ਮਜਬੂਰੀ ਬਸ ਪੈਸੇ ਦੇਣੇ ਪੈ ਰਿਹਾ, ਅਤੇ ਇਸ ਕਰਕੇ ਇਹਨਾਂ ਨੂੰ ਬੰਦ ਕਰਨਾ ਪੈ ਰਿਹਾ ਗਾ। ਸਰਕਾਰੀ ਥਰਮਲ ਕਦੋਂ ਵੀ ਹੁਣ ਪੈਡੀ ਸੀਜ਼ਨ 'ਚ ਪਹਿਲੀ ਜਿਵੇਂ ਕਹਿੰਦੇ ਪਹਿਲੀ ਕਿ ਕਿਤੇ ਸਟਾਰਟ ਹੋਏ ਨੇ ਜੀ, ਉਹ ਚੱਲੇ ਨੇਗੇ, ਅਤੇ ਇਸ ਕਰਕੇ ਜਿਹੜਾ ਇਹ ਬਲੈਕ ਆਊਟ ਦਾ ਗੱਲ ਹੈਗੀ ਹੈ ਜੀ, ਸਾਨੂੰ ਦੇਖੋ ਸਾਡੇ ਕੋਲ ਪੀਕ ਸੀਜ਼ਨ ਦੇ ਵਿੱਚ 13000 ਜਿਹੜੀ ਬਿਜਲੀ ਹੈ ਚਾਹੀਦੀ ਹੈ, 13000 ਮੈਗਾਵਾਟ। 2 ਥਰਮਲ ਬੰਦ ਸੀਗੇ ਤਲਵੰਡੀ ਸਾਬੋ ਦੇ, ਉਹ ਤੀਸਰਾ ਵੀ ਬੰਦ ਹੋ ਗਿਆ ਸੀਗਾ ਕਿਸੇ ਫਾਲਟ ਕਰਕੇ। ਉਹ 3 ਪਲਾਂਟਾਂ ਦੇ ਬੰਦ ਹੋਣ ਦੇ ਬਾਵਜੂਦ ਅਸੀਂ ਜਿਹੜੀ ਬਾਹਰੋਂ ਬਿਜਲੀ ਆ ਕੋਈ 8000 ਮੈਗਾਵਾਟ ਬਾਹਰੋਂ ਲੈਂਦੇ ਰਹੇ ਹੈ ਜੀ, ਅਤੇ ਤੁਹਾਨੂੰ ਦੱਸਿਆ ਕਿ ਜਿਹੜੀ ਡਿਮਾਂਡ ਸਾਡੀ 7000 ਆ, ਅਤੇ ਸਾਡੇ ਪਲਾਂਟ ਨੇ ਜਿਹੜੇ ਉਹ ਚਾਲੂ ਹਾਲਤ 'ਚ ਨੇਗੇ। ਔਰ ਜੇਕਰ ਤੁਸੀਂ ਹੁਣ ਪੈਡੀ ਦਾ ਸੀਜ਼ਨ ਲੰਘ ਗਿਆ, ਫਰਜ਼ ਕਰੋ ਪੈਡੀ ਦੇ ਸੀਜ਼ਨ ਲੰਘੇ ਜਾਣ ਤੋਂ ਬਾਅਦ ਕੋਈ ਇਹ ਸਮਝੌਤਿਆਂ 'ਚ ਜੀ ਗੱਲ ਤੁਰਦੀ ਵੀ ਆ, ਰੱਦ ਵੀ ਹੁੰਦੇ ਆ, ਜਾਂ ਉਹਨਾਂ ਵਿੱਚ ਕੋਈ ਅਦਾਲਤੀ ਝਗੜਾ ਵੀ ਹੁੰਦਾ, ਤੁਸੀਂ ਦੇਖੋਗੇ ਕਿ ਕਿਸੇ ਪਲਾਂਟ ਦੀ ਲੋੜ ਨਹੀਂ ਪੈਣੀ ਜੀ। ਅਸੀਂ ਇਸ ਵੇਲੇ ਸਾਡੀ ਜਿਹੜੀ ਤਕਰੀਬਨ 6800 ਮੈਗਾਵਾਟ ਬਾਹਰੋਂ ਜਿਹੜੀ ਬਿਜਲੀ ਲੈਣ ਦੀ ਸਮਰੱਥਾ ਹੈਗੀ ਆ, ਅਤੇ ਸਾਡੇ ਕੋਲੇ ਕੋਈ ਆਪਾਂ ਕਹਿ ਸਕਦੇ ਹਾਂ ਕਿ 1400-1500 ਮੈਗਾਵਾਟ ਸਾਡੇ ਆਪਣੇ ਪਲਾਂਟ, 1100 ਮੈਗਾਵਾਟ ਤਾਂ ਸਾਡੀ ਹਾਈਡਲ ਨੇਗੇ, ਅਤੇ ਇਸੇ ਤਰ੍ਹਾਂ ਸਾਡੇ 1700 ਮੈਗਾਵਾਟ ਦੇ ਆਸ-ਪਾਸ ਸਾਡੇ ਜਿਹੜੇ ਥਰਮਲ ਨੇਗੇ ਪੰਜਾਬ ਸਰਕਾਰ ਦੇ। ਸੋ ਇਹ ਬਲੈਕ ਆਊਟ ਵਾਲੀ ਕੋਈ ਗੱਲ ਨਹੀਂ, ਇੰਜੀਨੀਅਰ ਜਿਹੜੇ ਐਕਸਪਰਟ ਨੇ ਉਹਨਾਂ ਨੂੰ ਬਿਠਾ ਕੇ ਇਸ ਚੀਜ਼ ਨੂੰ ਬੜੇ ਹੀ ਵਧੀਆ ਢੰਗ ਨਾਲ ਕੰਟਰੋਲ ਕੀਤਾ ਜਾ ਸਕਦਾ। ਪਰ ਮੈਨੂੰ ਲੱਗਦਾ ਕਿ ਇੱਥੇ ਤੱਕ ਨੌਬਤ ਆਉਣੀ ਨਹੀਂ ਹੈਗੀ। ਜੇ ਵਾਕਈ ਇਹ ਗੱਲ ਸ਼ੁਰੂ ਹੋਈ ਆ ਕਿ ਵਾਕਈ ਇਹ ਮਨਸ਼ਾ ਹੈਗੀ ਆ ਕਿ ਆਪਾਂ ਇਹਨਾਂ ਸਮਝੌਤਿਆਂ ਨੂੰ ਰੱਦ ਕਰਨਾ ਜਾਂ ਰੀਨੈਗੋਸ਼ੀਏਟ ਕਰਨਾ। ਆਪਣੀ ਪਹਿਲਾਂ ਵੀ ਪਿਛਲੀ ਮੁਲਾਕਾਤ 'ਚ ਗੱਲ ਹੋਈ ਸੀ ਕਿ ਜਦੋਂ ਕੰਪਨੀ ਹੁਣ ਐਡੀ ਤਾਂ ਹੈ ਨਹੀਂ ਕਿ ਇੰਨੀ ਇਨਵੈਸਟਮੈਂਟ ਕਰਕੇ ਉਹ ਕੋਈ ਅਦਾਲਤੀ ਚੱਕਰ 'ਚ ਪੈ ਜਾਊਗੀ ਅਤੇ ਬਿਜਲੀ ਲੈਣੀ ਬੰਦ ਹੋ ਜੂਗੀ ਹੈ ਜੀ।
ਤੇ ਇਸ ਕਰਕੇ ਉਹ ਜਦੋਂ ਪਹਿਲਾਂ ਵੀ ਇਹਨਾਂ ਨੇ ਗੱਲ ਚਲਾਈ ਸੀਗੀ ਸਮਝੌਤਿਆਂ ਨੂੰ ਰਿਵਿਊ ਕਰਨ ਦੀ, ਉਦੋਂ ਦੋ ਕੰਪਨੀਆਂ ਨੇ ਲਿਖ ਕੇ ਦਿੱਤਾ ਸੀ ਕਿ ਤੁਸੀਂ ਸਾਡੇ ਪਲਾਂਟ ਖਰੀਦ ਲਓ ਜੀ। ਜੀਵੀਕੇ ਨੇ ਤੇ ਰਾਜਪੁਰੇ ਨੇ ਦੇ ਦਿੱਤਾ ਸੀ। ਹੁਣ ਵੀ ਜੇ ਇਹ ਸਾਰਾ ਗਰਮੀ ਚੱਲ ਰਹੀ ਆ ਤਾਂ ਮੈਨੂੰ ਲੱਗਦਾ ਕਿ ਪ੍ਰਾਈਵੇਟ ਕੰਪਨੀਆਂ ਜ਼ਰੂਰ ਕਹਿਣਗੀਆਂ ਕਿ ਆਪਾਂ ਜਿੱਥੇ ਤੁਹਾਨੂੰ ਕੋਈ ਫਰਕ ਲੱਗਦਾ ਆਪਾਂ ਬੈਠ ਕੇ ਰੀਨੈਗੋਸ਼ੀਏਟ ਕਰ ਲੈਂਦੇ ਹਾਂ। ਉਹ ਵੀ ਤਾਂ ਜੇ ਸਾਰੀ ਆਪਾਂ ਇਹ ਜਿਹੜੀ ਮੂਵ ਆ ਉਹ ਸਹੀ ਡਾਇਰੈਕਸ਼ਨ ਵਿੱਚ ਸੱਚੇ ਦਿਲੋਂ ਜਾ ਰਹੀ ਆ, ਤੇ ਮੈਨੂੰ ਲੱਗਦਾ ਉਹ ਟੇਬਲ ਤੇ ਆ ਜਾਣਗੇ। ਤੇ ਜਿੱਥੇ ਜਿੱਥੇ ਕਿਤੇ ਕਮੀਆਂ ਨੇ ਉਹ ਸਮਝੌਤਿਆਂ ਨੂੰ ਮੈਨੂੰ ਲੱਗਦਾ ਰੀਨੈਗੋਸ਼ੀਏਟ ਕੀਤਾ ਜਾ ਸਕਦਾ। ਇਹ ਜੀ ਕੋਈ ਗੱਲ ਨਹੀਂ ਕਿ ਰੀਨੈਗੋਸ਼ੀਏਸ਼ਨ ਇਹ ਨਹੀਂ ਹੋ ਸਕਦੇ, ਤੇ ਜੇ ਕਰ ਲਏ ਜਾਣ ਤੇ ਕੰਪਨੀਆਂ ਵੀ ਤੇ ਬੋਝ ਵੀ ਨਾ ਪਵੇ ਤੇ ਲੋਕਾਂ ਤੇ ਵੀ ਫਾਲਤੂ ਬੋਝ ਨਾ ਪਵੇ, ਤੇ ਦੋਨਾਂ ਵਾਸਤੇ ਕੰਜ਼ਿਊਮਰ ਵਾਸਤੇ ਵੀ ਤੇ ਸਪਲਾਇਰ ਵਾਸਤੇ ਵਿਨ ਵਿਨ ਦੀ ਸਿਚੁਏਸ਼ਨ ਬਣ ਜਾਵੇ। ਤੇ ਮੇਰੇ ਖਿਆਲ 'ਚ ਰੀਨੈਗੋਸ਼ੀਏਸ਼ਨ ਵਾਸਤੇ ਸਰਕਾਰ ਨੂੰ ਤੋਰ ਲੈਣੀ ਚਾਹੀਦੀ ਹੈ ਗੱਲ। ਬਿਲਕੁਲ ਬਿਲਕੁਲ, ਗੱਲ ਸਾਰੀ ਨੀਤੀ ਤੇ ਨੀਅਤ ਤੇ ਆ ਕੇ ਰੁਕ ਜਾਂਦੀ ਹੈ ਕਿ ਬਿਲਕੁਲ ਉੱਥੇ ਜਾ ਕੇ ਰੁਕ ਜਾਂਦੀ ਹੈ। ਕਰ ਸਕਦੀਆਂ ਨੇ, ਰਾਤੋਂ ਰਾਤ ਬਹੁਤ ਕੁਝ ਹੋ ਸਕਦਾ। ਭੁੱਲਰ ਸਾਹਿਬ, ਮੇਰਾ ਆਖਰੀ ਸਵਾਲ, ਜਦੋਂ ਇਹ ਪਿੱਛੇ ਜੇ ਰੌਲਾ ਇੰਨਾ ਪਿਆ ਸੀਗਾ ਉਦੋਂ ਆਪਾਂ ਵੀ ਇੰਟਰਵਿਊ ਕੀਤੀ, ਉਦੋਂ ਸੁਖਬੀਰ ਸਿੰਘ ਬਾਦਲ ਹੁਣੀ ਸਾਹਮਣੇ ਆਏ, ਉਹਨਾਂ ਨੇ ਕਿਹਾ ਕਿ ਇਹ ਸਮਝੌਤੇ ਜਿਹੜੇ ਨੇ ਉਦੋਂ ਅਕਾਲੀ ਜਿਹੜੀ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ, ਡਾਕਟਰ ਮਨਮੋਹਨ ਸਿੰਘ ਉਹਨਾਂ ਦੇ, ਉਹ ਕਹਿੰਦੇ ਵੀ ਉਹਨਾਂ ਦੇ ਨਾਲ ਜੋ ਉਹਨਾਂ ਨੇ ਸਾਨੂੰ ਕਿਹਾ ਸੀ ਉਸ ਹਿਸਾਬ ਨਾਲ ਪੰਜਾਬ ਦੇ ਵਿੱਚ ਇਹਨੂੰ ਸਰਪਲਸ ਬਿਜਲੀ ਸਰਪਲਸ ਬਣਾਉਣ ਦੇ ਲਈ ਇਹ ਸਾਰੇ ਸਮਝੌਤੇ ਕੀਤੇ। ਇਹ ਕਿੱਥੋਂ ਤੱਕ ਜਾਇਜ਼ ਲੱਗਦਾ? ਹੱਥ ਬੰਨ ਦੇਣੇ 25 ਸਾਲਾਂ ਦੇ ਲਈ ਬਿਨਾਂ ਕੁਝ ਵਿੱਚ ਭੋਕਿਆ, ਜਿਵੇਂ ਤੁਸੀਂ ਕਿਹਾ ਕਿ ਉਦੋਂ ਇੰਨੀ ਕਾਹਲੀ ਕਾਹਦੀ ਸੀ? ਇਹ ਦੇਖੋ ਜੀ, ਜਿਹੜੀ ਸੈਂਟਰਲ ਗੌਰਮੈਂਟ ਆ ਹੁਣ ਵੀ ਜਾਂ ਉਸ ਵੇਲੇ ਵੀ ਜਿਹੜੀ ਹੈਗੀ ਸੀ, ਉਹਨਾਂ ਨੇ ਕਿਤੇ ਐਂ ਤਾਂ ਕਿਹਾ ਹੀ ਨਹੀਂ ਕਿ ਤੁਸੀਂ ਇੰਨੀ ਬਿਜਲੀ ਪੈਦਾ ਕਰੋ ਜੀ। ਉਹ ਤਾਂ ਜਿਹੜੀ ਇਲੈਕਟ੍ਰੀਕਲ ਸਰਵੇ ਹੁੰਦਾ, ਇਲੈਕਟ੍ਰੀਕਲ ਪਾਵਰ ਸਰਵੇ ਹੁੰਦਾ ਗਾ, ਉਹਦੇ ਮੁਤਾਬਕ ਹੀ ਸਰਕਾਰ ਕੋਈ ਐ ਨਹੀਂ ਕਹਿੰਦੀ ਕਿ ਤੁਸੀਂ ਇੰਨੇ ਮੈਗਾਵਾਟ ਲਾਓ। ਜਿੰਨੀ ਸਟੇਟ ਦੀ ਰੀਜਨ ਦੀ ਜ਼ਰੂਰਤ ਹੁੰਦੀ ਆ ਓਨੀ ਲਾਉਣੀ ਹੁੰਦੀ ਆ। ਤੇ ਜਿੱਥੇ ਤੱਕ ਪਾਲਿਸੀ ਦਾ ਸਵਾਲ ਆ, ਕਿਉਂਕਿ ਪਾਲਿਸੀ ਵੀ ਉਹਦੇ ਵਿੱਚ ਠੀਕ ਆ ਕਿ ਗਾਈਡਲਾਈਨਸ ਬਣਾਈਆਂ ਹੁੰਦੀਆਂ ਨੇ, ਉਹਦੇ ਮੁਤਾਬਕ ਮਤਲਬ ਕਿ ਚੱਲਿਆ ਜਾਂਦਾ ਹੈਗਾ ਗਾ। ਤੇ ਇੱਥੇ ਓਵਰ ਕਪੈਸਿਟੀ ਦੀ ਗੱਲ ਆ ਜੀ, ਆਪਾਂ ਹੋਰ ਕੋਈ ਗੱਲ ਹੀ ਨਹੀਂ ਹੈਗੀ ਕਿ ਓਵਰ ਕਪੈਸਿਟੀ ਦੇ ਪਲਾਂਟ ਲੱਗੇ। ਸਾਡੀ ਲੋੜ ਉਦੋਂ 2000 ਮੈਗਾਵਾਟ ਦੀ ਸੀਗੀ, ਜਿਹੜੀ ਕਿ ਸੈਂਟਰਲ ਗੌਰਮੈਂਟ ਕਹਿ ਲਓ, ਸੈਂਟਰਲ ਗੌਰਮੈਂਟ ਦੀ ਅਥਾਰਟੀ ਆ, CEA ਆ, ਉਹਦੇ ਵੱਲੋਂ 2000 ਮੈਗਾਵਾਟ ਦੀ ਹੀ ਲੋੜ ਸੀਗੀ, ਤੇ ਅਸੀਂ 3920 ਮੈਗਾਵਾਟ ਦੇ ਲਾ ਲਏ। ਇਹ ਆਪਣੀ ਪੱਧਰ ਤੇ ਹੋ ਗਿਆ ਹੈ ਜੀ, ਤੇ ਸੈਂਟਰਲ ਗੌਰਮੈਂਟ ਨੇ ਤਾਂ ਨਹੀਂ ਕਿਹਾ ਸੀਗਾ। ਤੇ ਦੂਸਰਾ ਜਿਹੜੇ ਰੇਟਸ ਨੇ, ਹੈ ਨਾ ਜੀ, ਰੇਟਸ ਜ਼ਰੂਰ ਦੇਖੋ, ਪਤਾ ਨਹੀਂ ਕਿ ਇਹ ਪ੍ਰੋਸੈਸ ਤਾਂ ਅਪਣਾਈ ਗਈ ਹੈਗੀ, ਹੈ ਨਾ, ਬਿਡ ਹੋਈ ਆ, ਜੋ ਵੀ ਟੈਂਡਰਸ ਆਏ ਨੇਗੇ, ਹੈ ਨਾ। ਤੇ ਹੁਣ ਜਿਹੜਾ ਤਲਵੰਡੀ ਸਾਬੋ ਪਲਾਂਟ ਲੱਗਿਆ, ਇਹਦੀ ਜਿਹੜੀ ਫਿਕਸਡ ਕਾਸਟ ਆ ਜੀ, ਉਹ ਸਾਡੇ ਕੋਲ 1 ਰੁਪਏ 18 ਪੈਸੇ ਹੈਗੀ, ਠੀਕ ਹੈ। ਬਿਲਕੁਲ ਇਸੇ ਨਾਲ ਦਾ ਇਕੂਮੈਂਟ ਲੱਗਿਆ ਹੋਇਆ ਹੈਗਾ। ਆਪਾਂ ਪਹਿਲਾਂ ਵੀ ਗੱਲ ਕੀਤੀ, ਸ਼ਾਸਨ ਮੱਧ ਪ੍ਰਦੇਸ਼ ਦੇ ਵਿੱਚ ਉਹਦੀ ਜਿਹੜੀ ਫਿਕਸਡ ਕਾਸਟ ਆ ਉਹ 17 ਪੈਸੇ ਹੈ ਜੀ ਪਰ ਯੂਨਿਟ, ਇਹ 1 ਰੁਪਏ 18 ਪੈਸੇ ਆ। ਸੋ ਇੱਥੇ ਇਹ ਗੱਲ ਨਹੀਂ ਸਮਝ ਆ ਰਹੀ ਕਿ ਮਤਲਬ ਕਿ ਜੇ ਹਾਈ ਕਾਸਟ ਵਾਚਿਆ ਜਾਂਦਾ ਕਿ ਬਹੁਤ ਜ਼ਿਆਦਾ ਕਾਸਟ ਹਾਈ ਹੈ ਜੀ ਫਿਕਸਡ ਇਹਨਾਂ ਦੀ, ਤਾਂ ਇਹਨਾਂ ਨੂੰ ਰੀਟੈਂਡਰ ਕਰ ਲੈਂਦੇ। ਕਿਉਂਕਿ ਆਪਾਂ ਦੇਖਦੇ ਹੀ ਹਾਂ ਨਾ, ਆਪਾਂ ਕੋਈ ਚੀਜ਼ ਖਰੀਦਣ ਜਾਂਦੇ ਹਾਂ ਸ਼ਹਿਰ ਦੇ ਵਿੱਚੋਂ, ਹੈ ਨਾ, ਆਪਾਂ ਪਹਿਲਾਂ ਤਾਂ ਗੁਆਂਢੀਆਂ ਤੋਂ ਪੁੱਛਦੇ ਹਾਂ ਕਿ ਆਹ ਸਾਈਕਲ ਤੁਸੀਂ ਕਿੰਨੇ ਦਾ ਲਿਆ ਜੀ। ਫਿਰ ਜਾ ਕੇ ਬਾਜ਼ਾਰ 'ਚ ਜੇ ਸਾਨੂੰ ਮਹਿੰਗਾ ਮਿਲਦਾ ਤਾਂ ਉਹਨੂੰ ਦੱਸਦੇ ਕਿ ਇੰਨੇ ਦਾ ਮਿਲਦਾ। ਉੱਥੇ ਦੱਸਣਾ ਚਾਹੀਦਾ ਸੀ ਕਿ ਉੱਥੇ ਦੂਸਰੀ ਸਟੇਟ ਦੇ ਵਿੱਚ ਆਹ ਸਸਤੀ ਬਿਜਲੀ ਇੱਦਾਂ ਮਿਲ ਰਹੀ ਆ, ਤੇ ਇੱਥੇ ਵੀ ਤੁਸੀਂ ਸਾਡੇ ਨਾਲ ਜਾਂ ਤਾਂ ਰੀਨੈਗੋਸ਼ੀਏਸ਼ਨ ਕਰੋ ਕਿ ਜੋ 17 ਪੈਸੇ ਦੇ ਰਿਹਾ ਸਾਨੂੰ ਤੁਸੀਂ ਹੋਰ ਨਹੀਂ 20 ਪੈਸੇ ਕਰ ਦਿਓ, ਹੈ ਜੀ। ਸੋ ਇਹ ਚੀਜ਼ਾਂ ਉਹ ਸੈਂਟਰ ਗੌਰਮੈਂਟ ਵੱਲੋਂ ਕਦੇ ਨਹੀਂ ਤੈਅ ਕੀਤੀਆਂ ਹੁੰਦੀਆਂ ਕਿ ਤੁਸੀਂ ਇੰਨੀ ਮਹਿੰਗੀ ਬਿਜਲੀ ਖਰੀਦੋ ਜਾਂ ਇੰਨੀ ਜ਼ਿਆਦਾ ਕਪੈਸਿਟੀ ਲਓ। ਤੇ ਉਹ ਮੈਂ ਜਿੱਥੋਂ ਤੱਕ ਰਿਕਾਰਡ ਬੋਲਦਾ ਹੈਗਾ ਜੀ, ਹੈ ਨਾ, ਉਹ ਰਿਕਾਰਡ ਦੇ ਵਿੱਚ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਸੈਂਟਰ ਗੌਰਮੈਂਟ ਨੇ ਕਿਸੇ ਨੂੰ ਫੋਰਸ ਕੀਤਾ ਕਿ ਤੁਸੀਂ, ਜਾਂ ਉਹਨਾਂ ਨੇ ਕੋਈ ਇਹੋ ਜਿਹੀ ਪਾਲਿਸੀ ਬਣਾਈ ਆ ਕਿ ਤੁਸੀਂ ਇੰਨੇ ਬਾਹ ਪਲਾਟ ਲਾ ਲਓ ਜੀ, ਹੈ ਨਾ, ਲੋੜ ਤੋਂ ਵੱਧ ਲਾ ਲਓ ਜੀ, ਜਾਂ ਫਿਕਸ ਚਾਰਜ ਜਿੰਨੇ ਮਰਜ਼ੀ ਜਦੋਂ ਇੱਕ ਵਾਰੀ ਬਿਜਲੀ ਪੈਦਾ ਕਰੋ ਜੀ। ਇੱਦਾਂ ਦੀ ਤਾਂ ਕੋਈ ਪਾਲਿਸੀ ਔਨ ਰਿਕਾਰਡ ਹੁੰਦੀ ਹੋਈ ਨਹੀਂ ਜੀ। ਬਿਲਕੁਲ। ਮੈਨੂੰ ਅਖੀਰ 'ਚ ਜਾਣੀ ਥੋੜਾ ਜਿਹਾ ਦੱਸਿਓ ਕਿ ਕੀ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਉੱਥੇ ਕੋਈ ਮਤਾ ਰੱਖ ਕੇ ਇਹਨੂੰ ਰੱਦ ਕੀਤਾ ਜਾ ਸਕਦਾ? ਇਸਦਾ ਤਾਂ ਕੋਈ ਹੈਗਾ ਪ੍ਰਾਵਧਾਨ? ਨਹੀਂ, ਬਿਲਕੁਲ ਨਹੀਂ ਜੀ, ਇੱਦਾਂ ਦਾ ਕੋਈ ਮਤਲਬ ਹੈ ਨਹੀਂ ਪ੍ਰੋਵੀਜ਼ਨ ਨਾ। ਇੱਥੇ ਗੱਲ ਉਹੀ ਫੇਰ ਆ ਜਾਂਦੀ ਹੈ ਕਿ ਇੱਕ ਤਾਂ ਲੀਗਲ ਐਕਸਪਰਟ ਤੋਂ ਉਹਨਾਂ ਨੂੰ ਰਾਏ ਲੈਣੀ ਚਾਹੀਦੀ ਸੀ, ਪਹਿਲਾਂ ਵਾਈਟ ਪੇਪਰ ਲੈ ਕੇ ਆਉਣਾ ਸੀਗਾ ਜੀ। ਵਾਈਟ ਪੇਪਰ ਦੇ ਵਿੱਚ ਕੋਈ ਕਮੀਆਂ ਆਉਂਦੀਆਂ, ਲੀਗਲ ਐਕਸਪਰਟ ਉਹਨਾਂ ਨੂੰ ਕਹਿੰਦਾ ਕਿ ਹਾਂ ਇਹਨਾਂ ਦੇ ਬੇਸ ਤੇ ਤੁਸੀਂ ਇਹਨਾਂ ਨੂੰ ਰੱਦ ਕਰ ਸਕਦੇ ਹੋਗੇ, ਫਿਰ ਉਹ ਵਿਧਾਨ ਸਭਾ 'ਚ ਜਾਂਦੇ ਕਿ ਆਹ ਥਾਂ ਤੇ ਜਿਹੜੀ ਸਟੇਟ ਦੇ ਹਿੱਤ ਦੇਖੇ ਨਹੀਂ ਗਏ, ਇਸ ਕਰਕੇ ਜਿਹੜੀ ਵਿਧਾਨ ਸਭਾ ਹੈਗੀ ਆ ਇਹਨਾਂ ਨੂੰ ਰੱਦ ਕਰਨ ਦਾ ਜੋ ਵੀ ਪਾਸ ਕਰਦੀ ਹੈ ਮਤਾ, ਹੈ ਜੀ, ਫਿਰ ਤਾਂ ਪੋਸੀਬਲ ਸੀਗਾ। ਹਾਲੇ ਤਾਂ ਮੈਨੂੰ ਲੱਗਦਾ ਹਾਲੇ ਪਤਾ ਹੀ ਨਹੀਂ ਕਿ ਕਿਹੜੇ ਸਮਝੌਤੇ ਰੱਦ ਕਰਨੇ, ਪਹਿਲਾਂ ਤਾਂ ਇਹੀ ਨਹੀਂ ਪਤਾ। 150 ਦੇ ਨੇੜੇ ਸਮਝੌਤੇ ਹੈਗੇ ਜਿਹੜੇ ਕਹਿ ਰਹੇ ਆ ਕਿ
122 ਜਿਹੜੇ ਕਹਿ ਰਿਹਾ ਦੂਸਰੇ ਸੋਲਰ ਪਲਾਂਟ ਦੂਜੇ ਹੁਣ ਕਿਹੜੇ ਰੱਦ ਕਰਨੇ ਨੇ ਕੀ ਕਰਨੇ ਨੇ ਉਹਨਾਂ ਬਾਰੇ ਹਾਲੇ ਸਪੀਡ ਵਰਕ ਹੀ ਨਹੀਂ ਹੋਇਆ ਹੈਗਾ ਹੈ ਜੀ। ਤੋ ਜ਼ਰੂਰ ਇਹੋ ਜਿਹੀ ਗੱਲ ਨਹੀਂ, ਜਿਹੜੀ ਸਟੇਟ ਦੀ ਲੈਜਿਸਲੇਟਿਵ ਹੁੰਦੀ ਆ ਉਹ ਲੋਕਾਂ ਦੇ ਹਿੱਤ ਦੇਖਦੀ ਹੁੰਦੀ ਹੈ, ਜੇ ਉਹ ਮਤਾ ਪਾਸ ਕਰਦੀ ਹੈ ਔਨ ਸਮ ਗਰਾਊਂਡਸ ਹੈ ਜੀ, ਜਿਹਦੇ ਵਿੱਚ PPA ਨੂੰ ਵੀ ਕੰਸੀਡਰ ਕੀਤਾ ਜਾਂਦਾ, ਲੀਗਲ ਐਕਸਪਰਟ ਵੱਲੋਂ ਕਿਹਾ ਜਾਂਦਾ, ਫਿਰ ਇਹੋ ਜਿਹੀ ਗੱਲ ਨਹੀਂ। ਪੋਸੀਬਲ ਤਾਂ ਹੁੰਦਾ ਹੀ ਆ, ਭਾਵੇਂ ਕਾਨੂੰਨਾਂ ਵਿੱਚ ਨਹੀਂ ਲਿਖਿਆ ਹੋਇਆ, ਪਰ ਕਾਨੂੰਨ ਉਹ ਇਹ ਆ ਕਿ ਕਾਨੂੰਨੀ ਲੜਾਈ ਅਦਾਲਤ ਵਿੱਚ ਚੱਲ ਪੈਂਦੀ, ਤੇ ਘੱਟੋ ਘੱਟ ਅਦਾਲਤ ਦੇ ਵਿੱਚ ਸਾਨੂੰ ਇੰਨੇ ਪੈਸੇ ਤਾਂ ਜਿੰਨੇ ਅਸੀਂ ਹੁਣ ਦੇ ਰਹੇ ਹਾਂਗੇ ਇੰਨੇ ਤਾਂ ਨਾ ਦੇਣੇ ਪੈਂਦੇ। ਔਰ ਬਿਜਲੀ ਦੇ ਬਲੈਕਆਊਟ ਦੀ ਗੱਲ ਜਾਂਦਾ ਜਾਂਦਾ ਮੈਂ ਦੱਸਦਾ ਕਿ ਤੁਸੀਂ ਕੀਤੀ ਸੀ ਕਿ ਅਸੀਂ ਇਸ ਪੱਖੋਂ ਸਾਨੂੰ ਕੋਈ ਮੇਰੇ ਖਿਆਲ 'ਚ ਐਡੀ ਚਿੰਤਾ ਵਾਲੀ ਗੱਲ ਨਹੀਂ ਹੈਗੀ ਕਿ ਬਲੈਕਆਊਟ ਹੋ ਜਾਊਗਾ, ਇਹ ਮੈਨੇਜ ਕੀਤਾ ਜਾ ਸਕਦਾ। ਸਾਰੇ ਜਿਹੜੇ ਬਿਜਲੀ ਦੇ ਐਕਸਪਰਟ ਇੰਜੀਨੀਅਰ ਨੇ ਉਹਨਾਂ ਨੂੰ ਦੀ ਟੀਮ ਬਣਾ ਕੇ ਇਟ ਇਜ਼ ਪੋਸੀਬਲ। ਜੀ ਜੀ, ਸ਼ੁਕਰੀਆ ਭੁੱਲਰ ਸਾਹਿਬ, ਧੰਨਵਾਦ ਸਾਨੂੰ ਸਮਾਂ ਦੇਣ ਲਈ।